ਤਾਂ ਹੁਣ ਗੱਲ ਹੋਵੇਗੀ 328 ਪਾਵਨ ਸਰੂਪਾਂ ਦੀ। 328 ਪਾਵਨ ਸਰੂਪਾਂ ਦੇ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ ਹੋਈ। ਐਸਆਈਟੀ ਵੱਲੋਂ ਹਾਈ ਕੋਰਟ 'ਚ ਆਪਣੀ ਰਿਪੋਰਟ ਦਾਇਰ ਕੀਤੀ ਗਈ। 328 ਪਾਵਨ ਸਰੂਪਾਂ ਦੀ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ ਅਤੇ ਸਿੱਧਾ ਤੌਰ ਤੇ ਹੁਣ ਰਿਪੋਰਟ ਦਾਇਰ ਕੀਤੀ ਗਈ ਹੈ। ਹਾਈ ਕੋਰਟ 'ਚ ਐਸਆਈਟੀ ਵੱਲੋਂ ਦਾਅਵਾ ਕੀਤਾ ਗਿਆ ਕਿ ਐਸਜੀਪੀਸੀ ਸਾਨੂੰ ਪੂਰੇ ਡਾਕੂਮੈਂਟ ਨਹੀਂ ਦੇ ਰਹੀ। 19 ਅਗਸਤ ਨੂੰ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਸੀਨੀਅਰ ਐਡਵੋਕੇਟ ਪ੍ਰਦੀਪ ਵਿਰਕ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ। ਕਾਬਲੇ ਗੌਰ ਹੈ ਕਿ ਐਸਆਈਟੀ ਲਗਾਤਾਰ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਐਸਆਈਟੀ ਵੱਲੋਂ ਇਸ ਤੋਂ ਪਹਿਲਾਂ ਵੀ ਐਸਜੀਪੀਸੀ ਤੇ सहयोग ना देने दे इल्जाम लाए गए सन ਅਤੇ ਹੁਣ ਐਸਆਈਟੀ ਦਾ ਦਾਅਵਾ ਹੈ ਕਿ ਐਸਜੀਪੀਸੀ ਸਾਨੂੰ ਪੂਰਨ ਤੌਰ ਤੇ ਸਹਿਯੋਗ ਨਹੀਂ ਕਰ ਰਹੀ ਹੈ। ਹਾਈ ਕੋਰਟ 'ਚ ਐਸਆਈਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਅਤੇ ਹੁਣ ਅਗਲੀ ਸੁਣਵਾਈ ਦੀ ਤਾਰੀਖ ਵੀ ਮੁਕਰਰ ਕੀਤੀ ਗਈ ਹੈ। ਕਾਬਲੇ ਗੌਰ ਹੈ ਕਿ ਜਿਸ ਤਰੀਕੇ ਨਾਲ ਪਾਵਨ ਸਰੂਪਾਂ ਦਾ ਮਾਮਲਾ ਭਗਦਾ ਜਾ ਰਿਹਾ ਤਾਂ ਉੱਥੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਸਆਈਟੀ ਵੱਲੋਂ ਸਪੈਸ਼ਲ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੈ ਜਿਸ 'ਚ ਐਸਆਈਟੀ ਨੇ ਦਾਅਵਾ ਕੀਤਾ ਹੈ। ਐਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਵਾਰ-ਵਾਰ ਪੱਤਰ ਅਤੇ ਨੋਟਿਸ ਭੇਜਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਪੂਰਾ ਸਹਿਯੋਗ नहीं दिता जा रहा। एसजीपीसी ते इल्जाम लाए जा रहे हैं। एसआईटी वालों सहयोग ना देने दे इल्जाम लाए गए और सीधा तौर पर कहा कि जांच एजेंसी यानी कि एसआईटी का कहना है कि कई महत्वपूर्ण रिकॉर्ड और दस्तावेज जानबूझ के रोके जा रहे हैं जिस कारण जांच प्रभावित हो रही है। एसआईटी मुताबिक कुछ मौकों पर अंशक रिकॉर्ड तो दिता गया पर ਜਿਹੜੇ ਅਹਿਮ ਦਸਤਾਵੇਜ਼ ਅਤੇ ਜਾਣਕਾਰੀਆਂ ਜਾਂਚ ਲਈ ਲਾਜ਼ਮੀ ਹਨ ਉਹ ਵਾਰ-ਵਾਰ ਮੰਗਣ ਦੇ ਬਾਵਜੂਦ ਨਹੀਂ ਸੌਂਪੀਆਂ ਗਈਆਂ। ਟੀਮ ਨੇ ਅਦਾਲਤ ਨੂੰ ਕਿਹਾ ਕਿ ਇਹ ਰਵੱਈਆ ਨਿਰਪੱਖ, ਪ੍ਰਭਾਵਸ਼ਾਲੀ ਅਤੇ ਤੇਜ਼ ਜਾਂਚ ਵਿੱਚ ਗੰਭੀਰ ਰੁਕਾਵਟ ਪੈਦਾ ਕਰ ਰਿਹਾ ਹੈ ਅਤੇ ਇਸ ਮਾਮਲੇ 'ਚ ਐਸਆਈਟੀ ਨੇ ਮਾਨਯੋਗ ਅਦਾਲਤ ਤੋਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਸਾਰੇ ਸੰਬੰਧਿਤ ਰਿਕਾਰਡ, ਦਸਤਾਵੇਜ਼ ਅਤੇ ਜਾਣਕਾਰੀਆਂ ਤੁਰੰਤ ਜਾਂਚ ਏਜੰਸੀਆਂ ਨੂੰ ਸੌਂਪੀਆਂ ਜਾਣ ਅਤੇ ਕਾਨੂੰਨ ਅਨੁਸਾਰ ਪੂਰਾ ਸਹਿਯੋਗ ਦਿੱਤਾ ਜਾਵੇ। ਤਾਂ ਸਿੱਧਾ ਤੌਰ ਤੇ ਕਿਹਾ ਜਾ ਸਕਦਾ ਕਿ ਹਾਈ ਕੋਰਟ 'ਚ ਐਸਆਈਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਅਤੇ ਐਸਜੀਪੀਸੀ ਤੇ ਇਸ ਪੂਰੇ ਮਾਮਲੇ 'ਚ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਾਏ ਗਏ। पंजाब हरियाणा हाई कोर्ट ਦੇ ਵਿੱਚ ਸੁਣਵਾਈ ਹੋਈ ਹੈ। ਗਾਉਂ ਜ਼ਮਾਨਤਾਂ ਵੀ ਲਗਾਈਆਂ ਹੋਈਆਂ ਸੀ। ਸਾਡੇ ਨਾਲ ਸੀਨੀਅਰ ਐਡਵੋਕੇਟ ਪ੍ਰਦੀਪ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ, ਅੱਜ ਦੀ ਸੁਣਵਾਈ ਦੇ ਵਿੱਚ ਕੀ ਕੁਝ ਰਿਹਾ? ਮੈਮ, ਕੋਈ ਆਰਗੂਮੈਂਟ ਤਾਂ ਇਸ ਕੇਸ ਦੇ ਵਿੱਚ ਅੱਜ ਨਹੀਂ ਹੋਈ ਹੈ। ਇਹਨਾਂ ਕੇਸਾਂ ਦੇ ਵਿੱਚ ਗਾਉਂ ਜ਼ਮਾਨਤਾਂ ਮਿਲੀਆਂ ਹੋਈਆਂ ਸਾਰੀ ਅਕਿਊਜ਼ ਨੂੰ। ਸਟੇਟਸ ਰਿਪੋਰਟ ਫਾਈਲ ਹੋਣੀ ਸੀ ਸਰਕਾਰ ਵੱਲੋਂ, ਉਹ ਸਟੇਟਸ ਰਿਪੋਰਟ ਫਾਈਲ ਹੋਈ ਹੈ ਔਰ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਇਹਦੇ ਵਿੱਚ ਇੰਟਰਸਟਿੰਗ ਚੀਜ਼ ਸਿਰਫ ਆਹੀ ਹੈ ਮੇਨ ਕਿ ਇਹਨਾਂ ਨੇ ਮਤਲਬ ਬੜੀ ਮੈਂ ਕਹਾਂਗਾ ਆਪਦੇ ਵੱਲੋਂ ਚੀਜ਼ ਡਿਟੇਲ ਦੇ ਵਿੱਚ ਐਕਸਪ੍ਰੈਸ ਕੀਤੀ ਹੈ एसआईटी वालों के एसजीपीसी ਨੂੰ बहुत रिमाइंडर्स लिखते हैं पर एसजी देखो मैं लाइन पढ़ देना that it is respectfully submitted here before this honorable court that despite repeated letters and communications issued by the special investigation team the SGPC has failed to extend effective cooperation to investigative agency and is willfully withholding vital records and information required for investigation of the incident FIR. Though partial record has been supplied on certain occasions, substantial and material documents or information sought by the SIT has deliberately not been furnished despite repeated demands. So बड़ी clearly ਤੁਸੀਂ ਦੇਖ ਸਕਦੇ ਹੋ SIT ਵੱਲੋਂ ਐਫੀਡੇਵਿਟ ਫਾਈਲ ਹੋਇਆ ਕੋਰਟ 'ਚ। ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ SGPC ਵੱਲੋਂ ਉਹਨਾਂ ਨੂੰ ਰਿਕਾਰਡ ਅਜੇ ਤੱਕ ਵੀ ਪੂਰਾ ਨਹੀਂ ਪ੍ਰੋਵਾਈਡ ਕੀਤਾ ਗਿਆ। ਸਰ, ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਐਸਆਈਟੀ ਦੇ ਵੱਲੋਂ ਇਹ ਜਵਾਬ ਹਾਈ ਕੋਰਟ ਦੇ ਵਿੱਚ ਦਿੱਤਾ ਗਿਆ ਹੋਵੇ। ਅੱਜ ਤੋਂ ਪਹਿਲਾਂ ਵੀ ਬਹੁਤ ਵਾਰੀ ਇਹ ਚੀਜ਼ ਹੋ ਚੁੱਕੀ ਹੈ। ਮੈਮ, ਗੱਲ ਇਹ ਹੈ ਨਾ, ਉਹ SIT ਔਰ SGPC ਦੇ ਵਿੱਚ ਹੈ। ਇਸ ਚੀਜ਼ ਦੇ ਉੱਤੇ ਮਤਲਬ ਮੈਂ ਐਜ਼ ਅ ਕੰਪਲੇਨੈਂਟ ਲਾਇਰ ਕੀ ਕਹਿ ਸਕਦਾ। ਕੰਪਲੇਨੈਂਟ ਕਾਊਂਸਲ ਦੇ ਤੌਰ ਤੇ ਸਾਡੇ ਕੋਲ ਤਾਂ ਇਨਫੋਰਮੇਸ਼ਨ ਇਨਵੈਸਟੀਗੇਸ਼ਨ ਦੀ ਉਦੋਂ ਆਉਂਦੀ ਹੈ ਜਦੋਂ ਕੋਈ ਕੋਰਟ ਦੇ ਵਿੱਚ ਡਾਕੂਮੈਂਟ ਫਾਈਲ ਹੁੰਦਾ ਹੈ। ਹੁਣ SIT ਨੇ ਸਟੇਟਸ ਰਿਪੋਰਟ ਫਾਈਲ ਕੀਤੀ ਔਰ ਉਹਦੇ ਵਿੱਚ ਉਹ ਕਹਿ ਰਹੇ ਹੈ ਕਿ ਜੀ ਕੋਈ ਰਿਕਾਰਡ ਹੀ ਨਹੀਂ ਦਿੱਤਾ ਜਾ ਰਿਹਾ। ਸੋ ਇਨਵੈਸਟੀਗੇਸ਼ਨ ਤਾਂ ਓਬਵੀਅਸਲੀ ਨਹੀਂ ਹੋ ਰਹੀ, ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਰੁਕੀ ਹੋਈ ਹੈ। ਹੁਣ ਉਹ SGPC ਤੇ ਬਲੇਮ ਸ਼ਿਫਟ ਕਰਨ ਜਾਂ SGPC ਉਹਨਾਂ ਤੇ ਕਰੇ, ਅਲਟੀਮੇਟਲੀ ਇਨਵੈਸਟੀਗੇਸ਼ਨ ਡਿਲੇ ਹੋ ਰਹੀ ਹੈ ਜਾਂ ਡੀਰੇਲ ਹੋ ਰਹੀ ਹੈ। ਸਫਰ ਤਾਂ ਸਿੱਖ ਸੰਗਤਾਂ ਹੀ ਕਰ ਰਹੀਆਂ ਨਾ, ਜਿਨ੍ਹਾਂ ਵੱਲੋਂ ਇੱਕ FIR ਕਰਾਈ ਜਾ ਰਹੀ ਹੈ ਕਿ ਜੀ ਅਸੀਂ ਤਾਂ ਸਿਰਫ ਇਹ ਮੰਗ ਰਹੇ ਹਾਂ ਕਿ ਤਫਤੀਸ਼ ਕਰ ਲਓ, ਕੌਣ ਗਲਤ ਹੈ ਉਹਨਾਂ ਨੂੰ ਸਜ਼ਾ ਦੇ ਦਿਓ, ਉਸ ਤੋਂ ਇਲਾਵਾ ਤਾਂ ਕੁਝ ਨਹੀਂ ਮੰਗਿਆ। ਜੇ ਉਹ ਤਫਤੀਸ਼ ਹੀ ਨਹੀਂ ਹੋਊਗੀ ਤਾਂ ਡੈਫੀਨਿਟਲੀ ਪ੍ਰੋਬਲਮ ਹੋਊਗੀ। ਸਰ, ਉਸ ਦੇ ਨਾਲ ਇੱਕ ਹੋਰ ਜਿਹੜੀ ਅੱਜ ਗੱਲ ਸਾਹਮਣੇ ਆਈ ਸੀ ਕਿ ਐਸਆਈਟੀ ਦੇ ਵੱਲੋਂ ਇੱਕ ਜੋ ਪ੍ਰਸਾਰਣ ਹੁੰਦਾ ਹੈ ਗੁਰਬਾਣੀ ਦਾ, ਉਸ ਚੀਜ਼ ਦਾ ਜਿਹੜਾ ਇੱਕ ਐਗਰੀਮੈਂਟ ਹੈ ਉਹ ਵੀ ਮੰਗਿਆ ਗਿਆ ਹੈ ਐਸਜੀਪੀਸੀ ਤੋਂ ਤੇ ਐਸਜੀਪੀਸੀ ਨੇ ਉਸ ਚੀਜ਼ ਨੂੰ ਦੇਣ ਤੋਂ ਮਨਾਹੀ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਇਹਦਾ ਮੈਨੂੰ ਨਹੀਂ ਆਈਡੀਆ। ਉਹ ਡਿਟੇਲਸ ਇਹਨਾਂ ਨੇ ਜਿਹੜੇ ਡਾਕੂਮੈਂਟਸ ਦਿੱਤੇ ਆ ਸਟੇਟਸ ਰਿਪੋਰਟ ਦੇ ਜਾਂ ਕੀ ਨੋਟਿਸਿਸ ਭੇਜੇ ਹੋਣੇ ਉਹਦੇ ਵਿੱਚ ਹੋਣਾ। ਮੈਨੂੰ ਇਸ ਚੀਜ਼ ਦਾ ਕੋਈ ਸਪੈਸੀਫਿਕ ਆਈਡੀਆ ਨਹੀਂ ਕਿਉਂਕਿ ਇਹਦੇ ਤੇ ਬਹਿਸ ਨਹੀਂ ਹੋਈ ਹੈ। ਇਹ ਤਾਂ ਸਿਰਫ ਸਟੇਟਸ ਰਿਪੋਰਟ ਫਾਈਲ ਕੀਤੀ ਹੈ, ਉਹੀ ਰਿਪੋਰਟ ਮੈਂ ਤੁਹਾਡੇ ਸਾਹਮਣੇ ਦਿਖਾਈ ਹੈ। ਸੋ ਜਿਹੜੇ ਇਹਨਾਂ ਨੇ ਡਿਟੇਲਸ ਲਿਖੀਆਂ ਕਿ ਇਹਨਾਂ ਨੂੰ ਨਹੀਂ ਦੱਸਿਆ, ਇਹ ਰਿਕਾਰਡ ਨਹੀਂ ਦਿੱਤਾ ਜਾ ਰਿਹਾ, ਹੋ ਸਕਦਾ ਉਸ ਰਿਕਾਰਡਸ ਹੋਵੇ, ਮੈਨੂੰ ਉਸ ਚੀਜ਼ ਦਾ ਪਾਰਟਿਕੂਲਰਲੀ ਕੋਈ ਆਈਡੀਆ ਨਹੀਂ। ਇਨਵੈਸਟੀਗੇਸ਼ਨ ਡਿਟੇਲ ਸਾਡੇ ਕੋਲ ਉਨੀਆਂ ਹੀ ਹੈ ਜਿੰਨੀਆਂ ਅੱਜ ਕੋਰਟ ਦੇ ਵਿੱਚ ਦਿੱਤੀਆਂ ਗਈਆਂ। ਜਿਸ ਰਿਪੋਰਟ ਦੇ ਵਿੱਚ ਐਫੀਡੇਵਿਟ ਹੈ, ਸੋ ਉਹਦੇ ਵਿੱਚ ਕਾਫੀ ਡਿਟੇਲਸ ਇਹਨਾਂ ਨੇ ਦਿੱਤੀਆਂ। ਬਹਿਸ ਕੋਈ ਨਹੀਂ ਹੋਈ ਮੈਮ ਇਹਦੇ ਵਿੱਚ।
ਕਿ ਕੋਈ ਹੋਰ ਡਿਟੇਲ ਵੀ ਅਜਿਹੀ ਦਿੱਤੀ ਗਈ ਹੈ ਐਸਆਈਟੀ Details ਹੈ, ਉਹਨਾਂ ਨੇ ਇੱਕ ਇੱਕ ਆਪਦੇ ਨੋਟਿਸ ਦਾ ਭੇਜਿਆ ਔਰ ਕਿਹੜੇ ਨੋਟਿਸ ਤੇ ਕਿੰਨਾ ਕੁ ਰਿਕਾਰਡ ਮਿਲਿਆ ਹੈ, ਕਿੰਨਾ ਇਨਕੰਪਲੀਟ ਹੈ ਔਰ ਕਿੰਨਾ ਰਹਿੰਦਾ ਹੈ, ਉਹ ਸਾਰੀ ਡਿਟੇਲ ਉਹਨਾਂ ਨੇ ਦਿੱਤੀ ਹੈ। ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਲੰਬੇ ਸਮੇਂ ਤੋਂ ਇਹੀ ਖਿੱਚੋਤਾਣ ਜਾਰੀ ਹੈ, ਇਸ ਦੇ ਨਾਲ ਸਿਰਫ ਜਿਹੜੀ ਹੈ ਇਨਵੈਸਟੀਗੇਸ਼ਨ ਡਿਲੇ ਹੋ ਰਹੀ ਹੈ ਤੇ ਹੁਣ ਜਿਹੜੇ ਅਕਿਊਜ਼ ਸੀ ਉਹ ਵੀ ਸਾਰੇ ਜ਼ਮਾਨਤਾਂ ਦੇ ਉੱਤੇ ਨੇ, ਤਾਂ ਇਸ ਦਾ ਅਸਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਹੋਰ ਜ਼ਿਆਦਾ ਕੇਸ ਦੇ ਉੱਤੇ ਪੈ ਰਿਹਾ। ਮੈਮ ਅਲਟੀਮੇਟਲੀ ਤਾਂ ਰਿਕਾਰਡਸ ਕਿਤੇ ਜਾ ਨਹੀਂ ਸਕਦੇ, ਜਦੋਂ ਰਿਕਾਰਡਸ ਆਉਣਗੇ ਰਿਕਾਰਡਸ ਤੋਂ ਇਨਵੈਸਟੀਗੇਸ਼ਨ ਹੋ ਜੂਗੀ। ਹੁਣ ਡਿਲੇ ਹੋ ਸਕਦੀ ਹੈ, ਉਸ ਤੋਂ ਬਾਅਦ ਕੀ ਹੈ ਮਤਲਬ ਹੁਣ ਐਸਆਈਟੀ ਅੱਗੇ ਕੀ ਕਰਦੀ ਹੈ, ਕਿੰਨੀ ਦੇਰ ਕੰਪਲੀਟ ਕਰਦੀ ਹੈ ਇਨਵੈਸਟੀਗੇਸ਼ਨ, ਉਹਦਾ ਤਾਂ ਮੈਨੂੰ ਕੁਝ ਨਹੀਂ ਆਈਡੀਆ। ਡਿਲੇ ਹਾਂ ਡੈਫੀਨਿਟਲੀ ਹੋ ਰਹੀ ਹੈ। ਅਗਲੀ ਸੁਣਵਾਈ ਕਦੋਂ ਹੈ ਸਰ ਇਸ ਮਾਮਲੇ 30 ਅਗਸਤ ਨੂੰ। ਤਾਂ ਬਿਲਕੁਲ ਸਿੱਧੇ ਤੌਰ ਦੇ ਉੱਤੇ ਇਸ ਮਸਲੇ ਦੇ ਵਿੱਚ ਮੁੜ ਤੋਂ ਐਸਆਈਟੀ ਦੇ ਵੱਲੋਂ ਉਸੇ ਤਰ੍ਹਾਂ ਦਾ ਜਵਾਬ ਜਿਹੜਾ ਦਿੱਤਾ ਗਿਆ ਹੈ। ਸਟੇਟਸ ਰਿਪੋਰਟ ਦੇ ਵਿੱਚ ਉਹੀ ਜ਼ਿਕਰ ਕੀਤਾ ਗਿਆ ਹੈ ਕਿ ਐਸਜੀਪੀਸੀ ਦੇ ਵੱਲੋਂ ਇਹ ਹਾਲੇ ਵੀ ਪੂਰਾ ਰਿਕਾਰਡ ਜਿਹੜਾ ਹੈ ਉਹ ਐਸਆਈਟੀ ਨੂੰ ਨਹੀਂ ਦਿੱਤਾ ਗਿਆ, ਜਿਸ ਦੇ ਚੱਲਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਹਾਲੇ ਵੀ ਇਨਕੰਪਲੀਟ ਹੈ ਤੇ ਜਿਹੜਾ ਇਹ ਮਸਲਾ ਹੈ, ਇਹ ਮਾਮਲਾ ਹੈ, ਲਗਾਤਾਰ ਡਿਲੇ ਹੁੰਦਾ ਨਜ਼ਰ ਆ ਰਿਹਾ। ਵੀਡੀਓ ਜਰਨਲਿਸਟ ਮੋਹਨ ਦੇ ਨਾਲ ਇੰਦਰ ਸਿੱਧੂ, ਲਿਵਿੰਗ ਇੰਡੀਆ ਨਿਊਜ਼। ਤਾਂ ਸਿੱਧਾ ਤੌਰ ਤੇ ਹਾਈ ਕੋਰਟ 'ਚ ਐਸਆਈਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਐਸਜੀਪੀਸੀ ਸਾਨੂੰ ਪੂਰੇ ਡਾਕੂਮੈਂਟ ਨਹੀਂ ਦੇ ਰਹੀ ਹੈ, ਐਸਜੀਪੀਸੀ ਤੇ ਸਹਿਯੋਗ ਨਾ ਕਰਨ ਦੇ ਇਲਜ਼ਾਮ ਲਾਏ ਗਏ ਨੇ। 328 ਪਾਵਨ ਸਰੂਪਾਂ ਦੇ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਅਤੇ 19 ਅਗਸਤ ਨੂੰ ਮਾਮਲੇ 'ਚ ਅਗਲੀ ਸੁਣਵਾਈ ਹੋਵੇਗੀ, ਯਾਨੀ ਕਿ 19 ਅਗਸਤ ਅਗਲੀ ਤਾਰੀਖ ਮੁਕਰਰ ਕੀਤੀ ਗਈ ਹੈ।